ओके फ्रेंड्स, ਅਸੀਂ ਇੰਡੀਅਨ ਕਨਸਟੀਟਿਊਸ਼ਨ ਦਾ ਟੌਪਿਕ ਕਰ ਰਹੇ ਹਾਂ, ਜਿਹਦੇ ਵਿੱਚ ਅਸੀਂ ਇੰਡੀਅਨ ਕਨਸਟੀਟਿਊਸ਼ਨ ਅਸੈਂਬਲੀ ਐਂਡ ਪ੍ਰੀਐਂਬਲ ਦੇ ਨਾਲ ਰਿਲੇਟਡ MCQs ਕੀਤੇ ਨੇ। ਅੱਜ ਅਸੀਂ ਕੁਝ ਪਾਰਟਸ ਦੀ ਗੱਲ ਕਰਾਂਗੇ ਤੇ ਆਰਟੀਕਲਸ ਜਿਹੜੇ ਉਹਦੇ ਨਾਲ ਰਿਲੇਟਡ ਆ ਉਹਨਾਂ ਬਾਰੇ ਗੱਲ ਕਰਾਂਗੇ। ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਅਸੀਂ ਪਿੱਛੇ MCQs ਕੀਤੇ ਹੈਗੇ ਨੇ ਕਿ ਟੋਟਲ ਪਾਰਟ ਇਹਦੇ 25 ਨੇ, ਤੇ ਜਦੋਂ ਇਹ ਇੰਪਲੀਮੈਂਟ ਹੋਇਆ ਸੀ ਸਾਡਾ ਕਨਸਟੀਟਿਊਸ਼ਨ ਤੇ ਉਸ ਸਮੇਂ 22 ਸੀਗੇ। ਆਰਟੀਕਲ ਹੁਣ 470 ਨੇ, ਲੇਕਿਨ ਪਹਿਲੇ 395 ਸੀਗੇ। ਤੇ ਸ਼ਡਿਊਲ ਜਿਹੜੀਆਂ ਅਨੁਸੂਚੀਆਂ ਹੈਗੀਆਂ ਨੇ ਪਹਿਲੇ 8 ਸੀਗੀਆਂ ਤੇ ਹੁਣ 12 ਨੇ। ਅਸੀਂ ਸਮ ਪਾਰਟਸ ਦੀ ਗੱਲ ਕਰਾਂਗੇ, ਕੁਝ 20 ਇੰਪੋਰਟੈਂਟ ਜਿਹੜੇ ਪਾਰਟਸ ਦੇ ਉਹਨਾਂ ਨਾਲ ਰਿਲੇਟਡ ਜਿਹੜੇ ਆਰਟੀਕਲ ਆ ਉਹਨਾਂ ਬਾਰੇ ਅੱਜ ਪੜਾਂਗੇ। ਪਾਰਟ ਫਸਟ ਯਾਨੀ ਕਿ ਭਾਗ ਪਹਿਲੇ ਵਿੱਚ यूटी ਦੀ ਗੱਲ ਕੀਤੀ ਗਈ ਹੈ, ਯਾਨੀ ਕਿ ਯੂਨੀਅਨ ਟੈਰੀਟਰੀਜ਼ ਦੀ, ਜਿਹੜੀ ਕਿ ਹੁਣ 8 ਹੈਗੀਆਂ ਨੇ। ਇਹ ਆਰਟੀਕਲ 1 ਤੋਂ 4 ਦੇ ਵਿੱਚ ਜਿਹੜੀਆਂ ਐਡ ਹੈਗੀਆਂ ਨੇ। ਇਹਦੇ ਵਿੱਚ यूटी ਦੇ ਵਿੱਚ ਕਿਵੇਂ ਦਾ ਰੂਲ ਹੈ, ਇਹ ਕਿਵੇਂ ਵਰਕ ਕਰਦੀਆਂ ਨੇ, ਕਿਵੇਂ ਦਾ ਇਹਨਾਂ ਦਾ ਰੱਖ ਰਖਾਵ ਆ, ਇਹ ਸਾਰੇ ਦੀ ਇਹਦੇ ਵਿੱਚ ਗੱਲ ਕੀਤੀ ਗਈ ਆ। ਆਰਟੀਕਲ 1 ਤੋਂ 4 ਭਾਗ ਪਹਿਲਾ ਦੇ ਵਿੱਚ। ਭਾਗ ਦੂਜਾ ਯਾਨੀ ਕਿ ਪਾਰਟ 2 ਦੇ ਵਿੱਚ ਸਿਟੀਜ਼ਨਸ਼ਿਪ ਯਾਨੀ ਕਿ ਨਾਗਰਿਕਤਾ ਦੀ ਗੱਲ ਕੀਤੀ ਗਈ ਹੈ ਕਿ ਕਿਹਨੂੰ ਨਾਗਰਿਕਤਾ ਮਿਲਦੀ ਹੈਗੀ ਆ, ਜਾਂ ਇਹਦੇ ਲਈ ਕੀ ਮਤਲਬ ਕੁਆਲੀਫਿਕੇਸ਼ਨ ਕਹਿ ਸਕਦੇ ਹੋ ਜਾਂ ਐਲੀਜੀਬਿਲਟੀ ਕਹਿ ਸਕਦੇ ਹੋ ਕਿ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ, ਕਿ ਕਿਹੜੀਆਂ ਇਹਦੇ ਲਈ ਟਰਮਸ ਨੇ ਲੱਗਦੀਆਂ ਨੇ, ਉਹ ਸਾਰੇ ਦਾ ਇਹਦੇ ਵਿੱਚ ਜਿਹੜਾ ਵਾ ਉਹ ਵੇਰਵਾ ਹੁੰਦਾ ਹੈ। ਤੇ ਇਹਦਾ ਆਰਟੀਕਲ ਹੈਗਾ ਵਾ 5 ਤੋਂ 11, ਯਾਨੀ ਕਿ 5 ਤੋਂ 11 ਆਰਟੀਕਲ ਦੇ ਵਿੱਚ ਸਿਟੀਜ਼ਨਸ਼ਿਪ ਨਾਗਰਿਕਤਾ ਦੀ ਗੱਲ ਕੀਤੀ ਗਈ ਹੈ। ਪਾਰਟ ਥਰਡ ਯਾਨੀ ਕਿ ਭਾਗ ਤੀਜਾ ਵੈਰੀ ਇੰਪੋਰਟੈਂਟ, ਯਾਨੀ ਕਿ ਸਾਡੇ ਫੰਡਾਮੈਂਟਲ ਰਾਈਟਸ ਜਿਹੜੇ ਕਿ 6 ਹੈਗੇ ਨੇ। ਪਹਿਲੇ ਹੈਗੇ ਸੀਗੇ 7, ਲੇਕਿਨ ਜਿਹੜਾ ਰਾਈਟ ਟੂ ਪ੍ਰੋਪਰਟੀ ਆ ਉਹਨੂੰ ਬਾਅਦ ਵਿੱਚ ਅਮੈਂਡਮੈਂਟ ਦੇ ਥਰੂ ਲੀਗਲ ਪ੍ਰੋਪਰਟੀ ਦੇ ਤੌਰ ਤੇ ਜਿਹੜਾ ਲੀਗਲ ਰਾਈਟ ਆ ਉਹਦੇ ਵਿੱਚ ਐਡ ਕਰ ਦਿੱਤਾ ਸੀਗਾ, ਤੇ ਹੁਣ ਇਹ ਕੇਵਲ ਸਿਰਫ 6 ਹੈਗੇ ਨੇ। ਤੇ ਇਹ ਹੈਗੇ ਆਰਟੀਕਲ 12 ਤੋਂ ਲੈ ਕੇ 35 ਤੱਕ। ਅਸੀਂ ਅੱਗੇ ਚੱਲ ਕੇ ਇਹਨਾਂ ਨੂੰ ਡਿਟੇਲ ਵਿੱਚ ਕਰਾਂਗੇ ਆਪਣੇ ਫੰਡਾਮੈਂਟਲ ਰਾਈਟਸ ਨੂੰ। ਦੈਨ ਪਾਰਟ 4 ਭਾਗ ਚੌਥੇ ਵਿੱਚ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਯਾਨੀ ਕਿ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਨੇ, ਜਿਹੜੇ ਕਿ ਅਸੀਂ ਕਿੱਥੋਂ ਬੋਰੋ ਕੀਤੇ ਹੈਗੇ ਨੇ, ਆਇਰਲੈਂਡ ਦੇ ਕਨਸਟੀਟਿਊਸ਼ਨ ਤੋਂ। ਤੇ ਆਰਟੀਕਲ 36 ਤੋਂ ਲੈ ਕੇ 51 ਤੱਕ ਇਹ ਐਡ ਹੈਗੇ ਨੇ। ਇਹਦੇ ਵਿੱਚ ਦੇਖੋ ਇਹ ਵੀ ਜਿਹੜੇ ਸਾਡੇ ਰਾਈਟ ਹੀ ਹੈਗੇ ਨੇ ਇਹਦੇ ਵਿੱਚ, ਬਟ ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹ ਇੰਡੀਵਿਜੂਅਲ ਨੇ, ਉਹ ਸਾਡੇ ਮਤਲਬ ਇੱਕ ਵਿਅਕਤੀ ਦੇ ਕੀ ਫੰਡਾਮੈਂਟਲ ਰਾਈਟਸ ਹੁੰਦੇ ਨੇ ਉਹ ਆ ਜਾਂਦੇ ਨੇ। ਲੇਕਿਨ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਦੇ ਵਿੱਚ ਸਟੇਟ ਦੇ ਜੋ ਰਾਈਟ ਨੇ, ਕਿਵੇਂ ਸਟੇਟ ਨੇ ਕੰਮ ਕਰਨਾ ਹੈਗਾ ਵਾ, ਕਿਵੇਂ ਉਹਨੂੰ ਚਲਾ ਸਕਦੀ ਹੈ, ਇਹਦੇ ਵਿੱਚ ਸਟੇਟ ਬਾਰੇ ਗੱਲ ਕੀਤੀ ਜਾਂਦੀ ਆ। ਤੇ ਫੰਡਾਮੈਂਟਲ ਰਾਈਟਸ ਦੇ ਜਿਹੜੇ ਇੰਡੀਵਿਜੂਅਲ ਹੁੰਦੇ ਨੇ। ਪਾਰਟ 4 ਏ ਯਾਨੀ ਕਿ ਭਾਗ ਚੌਥਾ ਇਹਦੇ ਵਿੱਚ ਐਡ ਨੇ ਸਾਡੀਆਂ ਫੰਡਾਮੈਂਟਲ ਡਿਊਟੀਜ਼, ਜਿਹੜੀਆਂ ਕਿ ਅਸੀਂ USSR ਤੋਂ ਬੋਰੋ ਕੀਤੀਆਂ ਨੇ। ਤੇ ਆਰਟੀਕਲ 51 ਦੇ ਵਿੱਚ ਐਡ ਆ। ਦੇਖੋ ਪਾਰਟ 4 ਸਿਰਫ ਤੇ ਸਿਰਫ ਡਾਇਰੈਕਟਰ ਪ੍ਰਿੰਸੀਪਲ ਦੇ ਨਾਲ ਰਿਲੇਟਡ ਹੈ, ਲੇਕਿਨ ਜਿੱਥੇ 4th ਆਏਗਾ ਉਹ ਫੰਡਾਮੈਂਟਲ ਡਿਊਟੀਜ਼ ਦੇ ਨਾਲ ਹੈ। ਦੇਖੋ ਪਹਿਲੇ ਅਸੀਂ ਕਿਹਾ ਸੀ ਨਾ ਕਿ ਇਹਨੂੰ ਸੋਧਿਆ ਨਹੀਂ ਜਾ ਸਕਦਾ, ਲੇਕਿਨ ਜਿਹੜਾ ਆਰਟੀਕਲ 368 ਸੀਗਾ ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਕੀਤੀ ਜਾ ਸਕਦੀ ਆ। ਇਸ ਲਈ 1976 ਵਿੱਚ 42ਵੀਂ ਸੋਧ ਦੁਆਰਾ ਫੰਡਾਮੈਂਟਲ ਜਿਹੜੀਆਂ ਡਿਊਟੀਜ਼ ਨੇ ਉਹ 4th ਦੇ ਪਾਰਟ ਵਿੱਚ ਇਹਨੂੰ ਐਡ ਕੀਤਾ ਗਿਆ, ਤੇ ਆਰਟੀਕਲ 51 ਜਿਹੜਾ ਵਾ ਉਹ ਇਹਦੇ ਤੇ ਲਗਾਇਆ ਗਿਆ। ਪਾਰਟ 5 ਯਾਨੀ ਕਿ ਭਾਗ ਪੰਜਵਾਂ ਦੇ ਵਿੱਚ ਯੂਨੀਅਨ ਗਵਰਨਮੈਂਟ ਯਾਨੀ ਕਿ ਕੇਂਦਰ ਸਰਕਾਰ ਦੀ ਗੱਲ ਕੀਤੀ ਗਈ ਆ। ਆਰਟੀਕਲ 52 ਤੋਂ ਲੈ ਕੇ ਆਰਟੀਕਲ 151 ਤੱਕ। ਇਹਦੇ ਵਿੱਚ ਜੋ ਵੀ ਸਾਡੀ ਕੇਂਦਰ ਸਰਕਾਰ ਹੈ, ਸੈਂਟਰ ਸਰਕਾਰ, ਉਹਦੇ ਵਿੱਚ ਪ੍ਰੈਜ਼ੀਡੈਂਟ ਹੈ, ਵਾਈਸ ਪ੍ਰੈਜ਼ੀਡੈਂਟ ਹੈ, PM ਹੈ, ਹੋਰ ਵੀ ਜਿਹੜੀਆਂ ਮਤਲਬ ਕਿ ਹਾਈਲੀ ਪਾਰਲੀਮੈਂਟ ਲਗਾ ਲਓ, ਲੋਕ ਸਭਾ, ਰਾਜ ਸਭਾ, ਇਹਨਾਂ ਸਭ ਦੀ ਗੱਲ ਕੀਤੀ ਗਈ ਹੈ ਕਿ ਕਿਵੇਂ ਇਹਨਾਂ ਦੀ ਇਲੈਕਸ਼ਨਸ ਹੁੰਦੀਆਂ ਨੇ, ਕਿਵੇਂ ਨੋਮੀਨੇਟ ਕੀਤੇ ਜਾਂਦੇ ਨੇ, ਇਹਨਾਂ ਦੀ ਕੀ ਕੁਆਲੀਫਿਕੇਸ਼ਨ ਹੈਗੀਆਂ ਨੇ, ਜਾਂ ਸੈਂਟਰ ਗਵਰਨਮੈਂਟ ਜਿਹੜੀ ਹੈਗੀ ਉਹਦੇ ਕੀ ਵਰਕ ਹੈਗੇ ਨੇ, ਉਹ ਸਾਰੇ ਇਹਨਾਂ ਆਰਟੀਕਲ ਦੇ ਵਿੱਚ ਐਡ ਹੈ। ਦੈਨ ਪਾਰਟ 6 ਦੇ ਵਿੱਚ ਸਟੇਟ ਗਵਰਨਮੈਂਟ ਦੀ ਗੱਲ ਕੀਤੀ ਗਈ ਆ। ਪਾਰਟ 5 ਹੈ ਸੈਂਟਰ ਗਵਰਨਮੈਂਟ ਦੇ ਨਾਲ ਰਿਲੇਟਡ, ਐਂਡ ਪਾਰਟ 6 ਹੈ ਸਟੇਟ ਗਵਰਨਮੈਂਟ ਦੇ ਨਾਲ। ਤੇ ਆਰਟੀਕਲ ਹੈ 152 ਤੋਂ ਲੈ ਕੇ 237 ਆਰਟੀਕਲ ਤੱਕ।
ਇਹਦੇ ਵਿੱਚ ਦੇਖੋ ਜਿਹੜੀ ਸੈਂਟਰ ਗਵਰਨਮੈਂਟ ਹੈ ਉਹਦੇ ਵਿੱਚ ਸੁਪਰੀਮ ਕੋਰਟ ਦੀ ਵੀ ਗੱਲ ਕੀਤੀ ਜਾਂਦੀ ਹੈ, ਤੇ ਜਿਹੜੀ ਸਟੇਟ ਗਵਰਨਮੈਂਟ ਆ ਜਾਂਦੀ ਆ ਉਹਦੇ ਅੰਡਰ ਹਾਈ ਕੋਰਟ ਦੀ ਗੱਲ ਹੁੰਦੀ ਆ। ਸਟੇਟ ਗਵਰਨਮੈਂਟ ਦੀ ਗੱਲ ਹੁੰਦੀ ਆ ਕਿ ਕਿਵੇਂ CM ਕਿਵੇਂ ਬਣਦੇ ਹੈਗੇ ਨੇ, MLA ਵਗੈਰਾ, ਮਤਲਬ ਸਾਰੇ ਹਰ ਇੱਕ ਸਟੇਟ ਦੀ ਜਿਹੜੀ ਕਿਵੇਂ ਉਹਨਾਂ ਦੇ ਉੱਥੇ ਸਰਕਾਰ ਚੱਲਦੀ ਆ, ਬਣਦੀ ਆ, ਜਾਂ ਕਿਵੇਂ ਉਹਨਾਂ ਦੀ ਚੋਣ ਹੁੰਦੀ ਹੈ, ਇਹ ਸਾਰਾ ਜਿਹੜਾ ਵਾ ਉਹ ਆਰਟੀਕਲ 152 ਤੋਂ ਲੈ ਕੇ ਆਰਟੀਕਲ 237 ਤੱਕ ਐਡ ਹੁੰਦਾ ਹੈ। ਦੈਨ ਇਹ ਪਾਰਟ 9। ਪਾਰਟ 7 ਐਂਡ 8 ਇੰਨੇ ਇੰਪੋਰਟੈਂਟ ਨਹੀਂ ਹੈਗੇ, ਕਿਉਂਕਿ ਕੁਝ ਅਸੀਂ ਟੋਟਲ 25 ਨੇ, ਤੇ ਅਸੀਂ ਇੱਥੇ 20 ਜਿਹੜੇ ਪਾਰਟਸ ਉਹਨਾਂ ਦੀ ਗੱਲ ਕਰਾਂਗੇ। ਪਾਰਟ 9 ਦੇ ਵਿੱਚ ਹੈਗਾ ਦਾ ਪੰਚਾਇਤ, ਯਾਨੀ ਕਿ ਪੰਚਾਇਤੀ ਰਾਜ ਦੀ ਇਹਦੇ ਵਿੱਚ ਗੱਲ ਕੀਤੀ ਗਈ ਨੇ, ਕਿਵੇਂ ਪੰਚਾਇਤਾਂ ਬਣਦੀਆਂ ਨੇ, ਉਹਦੇ ਅੰਦਰ ਕਿੰਨੇ ਮੈਂਬਰ ਹੁੰਦੇ ਨੇ, ਕਿਵੇਂ ਕੰਮ ਕਰਦੀਆਂ ਨੇ, ਉਹਨਾਂ ਦੀ ਪੇ ਸਕੇਲ ਵਗੈਰਾ, ਯਾਨੀ ਕਿ ਜੋ ਵੀ ਉਹਨਾਂ ਦਾ ਪੰਚਾਇਤੀ ਰਾਜ ਨਾਲ ਸੰਬੰਧਿਤ ਵੇਰਵਾ ਜਿਹੜਾ ਵਾ ਉਹ ਆਰਟੀਕਲ 243 ਤੋਂ 243 ਔਰ ਦੇ ਵਿੱਚ ਐਡ ਆ। ਦੇਖੋ ਫਰੈਂਡਸ, ਜਿਹੜੇ ਇਹ ਆਰਟੀਕਲ ਸੇਮ ਹੁੰਦਾ, ਇੱਕੋ ਦੇ ਵਿੱਚ ਉਹਨੂੰ ਐਡ ਕੀਤਾ ਹੁੰਦਾ ਹੈ, ਲੇਕਿਨ ਉਹਨੂੰ ਜਿਹੜਾ ਵਾ ਐਲਫਾਬੈਟ ਦੇ ਥਰੂ ਦੀ ਜਿਹੜੀ ਗਿਣਤੀ ਆ ਉਹ ਵਧਾਈ ਜਾਂਦੀ ਆ। ਠੀਕ ਹੈ, ਗਿਣਤੀ ਦੇ ਦੁਆਰਾ, ਯਾਨੀ ਕਿ ਐਲਫਾਬੈਟ ਦੇ ਦੁਆਰਾ ਜਿਹੜੇ ਆ ਉਹਨਾਂ ਦੇ ਵਿੱਚ ਡਿਫਰੈਂਟ ਕੀਤਾ ਜਾਂਦਾ ਵਾ, ਯਾਨੀ ਕਿ ਇਹ ਆਰਟੀਕਲ ਜਿਹੜਾ ਇਹਦੇ ਨਾਲ ਰਿਲੇਟਡ ਹੈਗਾ ਵਾ। ਦੈਨ ਹੈਗਾ 9th A ਹੈ, 9th ਹੈ, ਲੇਕਿਨ 9th A ਨੂੰ ਜਿਹੜਾ ਵਾ ਪਾਰਟ ਦੇ ਵਿੱਚ ਵੰਡਿਆ ਹੋਇਆ ਵਾ। ਇਹਦੇ ਵਿੱਚ ਆਪਾਂ ਮਿਊਨਸੀਪੈਲਿਟੀਜ਼ ਦੀ ਗੱਲ ਹੁੰਦੀ ਹੈ, ਯਾਨੀ ਕਿ ਸਾਡੀਆਂ ਮਿਊਨਸੀਪੈਲਿਟੀਜ਼ ਜਿਹੜੀਆਂ ਵਾ ਉਹ ਕਿਵੇਂ ਕੰਮ ਕਰਦੀਆਂ ਹੈਗੀਆਂ ਨੇ। ਠੀਕ ਹੈ, ਉਹਨਾਂ ਦਾ ਕੰਮ ਕੀ ਹੈਗਾ ਵਾ, ਉਹ ਕਿਵੇਂ ਇਹਨੂੰ ਚਲਾਉਂਦੀਆਂ ਨੇ, ਇਹ ਸਾਰਾ ਜਿਹੜਾ ਵਾ ਉਹ 9th A ਦੇ ਵਿੱਚ ਐਡ ਹੈਗਾ ਵਾ। ਅਤੇ ਆਰਟੀਕਲ ਹੈਗਾ ਵਾ 243P ਤੋਂ ਲੈ ਕੇ 243ZZ ਤੱਕ ਐਡ ਹੈਗੇ ਨੇ। ਦੈਨ ਹੈ ਆਰਟੀਕਲ ਪਾਰਟ 9th B। ਪਹਿਲੇ 9th ਦੀ ਗੱਲ ਕੀਤੀ ਗਈ, ਫਿਰ 9th A ਐਂਡ 9th B। 9th B ਦੇ ਵਿੱਚ ਕੋਆਪਰੇਟਿਵ ਸੁਸਾਇਟੀਜ਼ ਦੀ ਗੱਲ ਹੈ, ਲੇਕਿਨ ਹੈ ਇਸੇ ਅੰਡਰ ਆ ਜਾਂਦੀਆਂ ਨੇ 243ZZ ਤੋਂ ਲੈ ਕੇ 243ZT। ਇਹਦੇ ਵਿੱਚ ਸਾਡੀ ਕੋਆਪਰੇਟਿਵ ਸੁਸਾਇਟੀ ਦੀ ਗੱਲ ਕੀਤੀ ਗਈ ਆ।